बिस्मिल्लाहिर्रहमानिर्रहीम अस्सलाम वालेकुम नाज़रीन प्रोग्राम सोच विचार ਦੇ ਨਾਲ ਡਾਕਟਰ ਮਹਿਮੂਦ ਕੁਰੈਸ਼ੀ ਤੁਹਾਡੀ ਖidmat 'ਚ ਹਾਜ਼ਰ ਹੈ। ਅੱਜ ਸਾਡੇ ਸਟੂਡੀਓ ਦੇ ਵਿੱਚ ਐਸੀ ਸ਼ਖਸੀਅਤ ਮੌਜੂਦ ਨੇ ਜਿਹੜੇ ਤਾਰਫ ਦੇ ਮੁਤਾਜ ਨਹੀਂ ਹੈ। ਇਹ ਪੁਰਾਣੇ ਸਿਆਸਤਦਾਨ ਨੇ ਔਰ ਇਸ ਵੇਲੇ ਹਕੂਮਤ ਦੇ ਵਿੱਚ ਖਾਸ ਤੌਰ ਤੇ ਪੰਜਾਬ ਹਕੂਮਤ ਦੇ ਵਿੱਚ ਇੱਕ ਵੱਡੀ ਵਜ਼ਾਰਤ ਹੈ ਇਹਨਾਂ ਕੋਲ। ਤੁਸੀਂ ਸਮਝ ਗਏ ਹੋਵੋਗੇ ਮੁਹੰਮਦ ਬਸ਼ਾਰਤ ਰਾਜਾ ਸਾਹਿਬ। ਇਹ ਸੂਬਾਈ ਵਜ਼ੀਰ ਕਾਨੂੰਨ ਤੇ ਪਾਰਲੀਮਾਨੀ ਅਮੂਰ ਤੇ ਨਾਲ ਕੋਆਪਰੇਟਿਵ ਦਾ ਸ਼ੋਭਾ ਵੀ ਇਹਨਾਂ ਕੋਲ ਹੈ। ਰਾਜਾ ਸਾਹਿਬ ਅਸੀਂ ਤੁਹਾਨੂੰ ਆਪਣੇ ਸਟੂਡੀਓਜ਼ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਮਿਹਰਬਾਨੀ ਸਰ, ਥੈਂਕ ਯੂ। ਨਾਜ਼ਰੀਨ ਅਸੀਂ ਅੱਜ ਰਾਜਾ ਸਾਹਿਬ ਨਾਲ ਮੁਖਤਲਿਫ ਅਮੂਰ ਤੇ ਗੱਲ ਕਰਨੇ ਆ। ਆਗਾਜ਼ ਕਰਾਂਗਾ ਜੀ ਮੈਂ ਕਿ ਪਿਛਲੇ ਦਿਨ ਵਜ਼ੀਰ ਆਜ਼ਮ ਪਾਕਿਸਤਾਨ ਦੀ ਤੁਹਾਡੀ ਮੁਲਾਕਾਤ ਹੋਈ। ਉਹਨਾਂ ਨੇ ਤੁਹਾਡੇ ਕੰਮ ਨੂੰ ਬੜਾ ਸਰਾਹਿਆ ਔਰ ਬੜੀ ਤਾਰੀਫ ਕੀਤੀ ਤੇ ਉਸ ਮੀਟਿੰਗ ਦੇ ਵਿੱਚ ਜਿਹੜਾ ਰਾਵੀ ਰਿਵਰ ਪ੍ਰੋਜੈਕਟ ਹੈ ਉਹਦੇ ਬਾਰੇ ਵੀ ਗੱਲ ਹੋਈ ਤੇ ਸੁਪਰੀਮ ਕੋਰਟ ਜਿਹੜੀ ਹੈ ਇਹਨੇ ਬਹੁਤ ਸਾਰੇ ਨਕਾਤ ਵੀ ਉਠਾਏ ਨੇ। ਕਿਸ ਤਰ੍ਹਾਂ ਇਹਨੂੰ ਲੈ ਕੇ ਚੱਲ ਰਿਹਾ ਹੈ? ਦੇਖੋ ਜੀ, ਸਭ ਤੋਂ ਪਹਿਲੇ ਤੇ ਮੈਂ ਗੁਜ਼ਾਰਿਸ਼ ਕਰਨਾ ਚਾਹਾਂਗਾ ਕਿ ਜਿਹੜਾ ਰੂੜਾ ਦਾ ਸਾਡਾ ਪ੍ਰੋਜੈਕਟ ਹੈ ਜੀ, ਇਹ ਇੰਤਹਾਈ ਅਹਿਮੀਅਤ ਦਾ ਹਾਮਲ ਪ੍ਰੋਜੈਕਟ ਹੈ ਔਰ ਜਿਸ ਤਰ੍ਹਾਂ ਕਿ ਤੁਸੀਂ ਸੁਣਿਆ ਹੋਣਾ ਕਿ ਇਹਦੇ ਮੁਤਲਕ ਹਮੇਸ਼ਾ ਪ੍ਰਾਈਮ ਮਿਨਿਸਟਰ ਸਾਹਿਬ ਨੇ ਇਹ ਫਰਮਾਇਆ ਕਿ ਇਹ ਪ੍ਰੋਜੈਕਟ ਜਿਹੜਾ ਹੈ ਇਹ ਇਕਨੋਮਿਕਲੀ ਪੰਜਾਬ ਵਾਸਤੇ ਇਹ ਗੇਮ ਚੇਂਜਰ ਸਾਬਤ ਹੋਏਗਾ ਜੀ। ਔਰ ਮੈਂ ਸਮਝਦਾ ਕਿ ਇਸ ਦੀ ਕੋਈ ਦੂਸਰੀ ਰਾਏ ਨਹੀਂ ਹੈ ਔਰ ਕੁਛ ਗਲਤ ਫਹਿਮੀਆਂ ਸਨ ਜਿਨ੍ਹਾਂ ਦੀ ਬੁਨਿਆਦ 'ਤੇ ਸੁਪਰੀਮ ਕੋਰਟ ਹਾਈ ਕੋਰਟ ਨੇ ਇਸ ਨੂੰ ਸਟ੍ਰਾਈਕ ਡਾਊਨ ਕੀਤਾ ਸੀ। ਲੇਕਿਨ ਜਿਸਲੇ ਉਹਨਾਂ ਗਲਤੀਆਂ ਦਾ ਮੈਂ ਸਮਝਦਾ ਕਿ ਇਦਰਾਕ ਕਰਦਿਆਂ ਹੋਇਆਂ ਅਸੀਂ ਅਪੀਲ ਕੀਤੀ ਸੁਪਰੀਮ ਕੋਰਟ ਆਫ ਪਾਕਿਸਤਾਨ ਵਿੱਚ ਤੇ ਸਾਨੂੰ ਉੱਥੋਂ ਇੰਟਰਮ ਰਿਲੀਫ ਮਿਲਿਆ ਔਰ ਇੰਟਰਮ ਰਿਲੀਫ ਇਹ ਮਿਲਿਆ ਕਿ ਜਿਹੜਾ ਹਾਈ ਕੋਰਟ ਦਾ ਫੈਸਲਾ ਸੀ ਉਸ 'ਤੇ ਅਮਲ ਦਰਾਮਦ ਰੋਕ ਦਿੱਤਾ ਗਿਆ। ਹੁਣ ਗਵਰਨਮੈਂਟ ਆਫ ਪੰਜਾਬ ਕੋਲ ਹੁਣ ਇਸ ਵਕਤ ਇੱਕ ਮੌਕਾ ਹੈ ਕਿ ਉਹ ਆਪਣਾ ਮੌਕਫ ਜਿਹੜਾ ਹੈ ਭਰਪੂਰ ਤਰੀਕੇ ਨਾਲ ਸੁਪਰੀਮ ਕੋਰਟ ਵਿੱਚ ਪੇਸ਼ ਕਰਨ ਔਰ ਕਾਨੂੰਨ ਔਰ ਆਇਨ ਦੇ ਮੁਤਾਬਿਕ ਜਿਹੜਾ ਉੱਥੋਂ ਫੈਸਲਾ ਹਾਸਲ ਕਰਨ। ਤਾਂ ਸਾਨੂੰ ਪੂਰੀ ਉਮੀਦ ਹੈ ਕਿ ਇਨਸ਼ਾ ਅੱਲਾਹ ਤਾਲਾ ਉੱਥੋਂ ਇੱਕ ਮੁਨਾਸਬ ਫੈਸਲਾ ਆਏਗਾ ਔਰ ਇਹ ਮਨਸੂਬਾ ਜਿਹੜਾ ਹੈ ਇੱਕ ਦਫਾ ਫਿਰ ਜਿਹੜਾ ਹੈ ਆਪਣਾ ਉਸੇ ਤੇਜ਼ੀ ਨਾਲ ਇਸ 'ਤੇ ਅਮਲ ਦਰਾਮਦ ਸ਼ੁਰੂ ਹੋਏਗਾ। ਲੇਕਿਨ ਇੱਥੇ ਮੈਂ ਇੱਕ ਚੀਜ਼ ਮਜ਼ੀਦ ਜਿਸ ਦਾ ਇਜ਼ਾਫਾ ਕਰਨਾ ਚਾਹਾਂਗਾ ਉਹ ਇਹ ਹੈ ਕਿ ਪਹਿਲੇ ਤਾਂ ਇਹ ਮਨਸੂਬਾ ਸੀ ਜਿਹੜਾ ਓਰੀਜਨਲੀ ਕਨਸੀਵ ਕੀਤਾ ਗਿਆ ਉਹ ਇਹ ਸੀ ਕਿ ਇੱਕ ਹਾਊਸਿੰਗ ਦਾ ਪ੍ਰੋਜੈਕਟ ਸੀ। ਲੇਕਿਨ ਇਸ ਦੇ ਕੰਪੋਨੈਂਟ ਵਿੱਚ ਇੱਕ ਕੰਪੋਨੈਂਟ ਇਹ ਵੀ ਸੀ ਕਿ ਇੱਥੇ ਇੰਡਸਟਰੀਅਲ ਜ਼ੋਨ ਵੀ ਬਣਨੇ ਜੀ ਔਰ ਇਸ ਇਲਾਕੇ 'ਚ ਜਿਹੜੇ ਆਲਰੇਡੀ ਮਤਲਬ ਜਿਹੜਾ ਇਸਦਾ ਆਇਡੈਂਟੀਫਾਈਡ ਇਲਾਕਾ ਹੈ ਉਸ ਵਿੱਚ ਜਿਹੜੀਆਂ ਕੋਈ ਇੰਡਸਟਰੀਜ਼ ਆਉਂਦੀਆਂ ਉਹਨਾਂ ਨੂੰ ਵੀ ਰੈਗੂਲੇਟ ਕਰਾਂਗੇ, ਉਹਨਾਂ ਨੂੰ ਵੀ ਮਜ਼ੀਦ ਬਿਹਤਰ ਸਹੂਲਿਆਤ ਦੇਵਾਂਗੇ ਔਰ ਨਈ ਇੰਡਸਟਰੀ ਲਾਉਣ ਵਾਸਤੇ ਵੀ ਇਨਸੈਂਟਿਵ ਗਵਰਨਮੈਂਟ ਆਫ ਪੰਜਾਬ ਦੀ ਤਰਫੋਂ ਦਿੱਤੇ ਜਾਣਗੇ। ਸੋ ਮੁਖਤਸਰਨ ਮੈਂ ਇਹ ਅਰਜ਼ ਕਰਨਾ ਕਿ ਅਸੀਂ ਕਹਿ ਸਕਦੇ ਹਾਂ ਕਿ ਜਿੱਥੇ ਇਹ ਮਨਸੂਬਾ ਰਿਹਾਇਸ਼ੀ ਤੌਰ 'ਤੇ ਇੱਕ ਲੋਕਾਂ ਨੂੰ ਸਹੂਲਿਆਤ ਫਰਾਹਮ ਕਰਨੀਆਂ ਸਨ ਇਸ ਮਨਸੂਬੇ ਨੇ ਲਾਹੌਰ ਦੇ ਆਵਾਮ ਨੂੰ ਜਾਂ ਪੂਰੇ ਪੰਜਾਬ ਦੇ ਆਵਾਮ ਨੂੰ ਉੱਥੇ ਨਾਲ ਇਨਸ਼ਾ ਅੱਲਾਹ ਤਾਲਾ ਸਨਅਤੀ ਤੌਰ 'ਤੇ ਵੀ ਖਿਦਮਾਤ ਸਰ ਅੰਜਾਮ ਦੇਗਾ। ਜਿਹੜੀ ਆਲਰੇਡੀ ਇੱਥੇ ਰਾਇਸ਼ੀ ਸਕੀਮਾਂ ਐਗਜ਼ਿਸਟ ਕਰ ਰਹੀਆਂ ਉਹ ਰਹਿਣਗੀਆਂ ਜਾਂ ਕਿ ਉਹ ਮਤਲਬ ਅਬਲਿਸ਼ ਹੋ ਜਾਣਗੀਆਂ? ਦੇਖੋ ਅਸਲ ਵਿੱਚ ਜਿਹੜਾ ਇਹ ਇਸ਼ੂ ਸੀ ਜਿੱਥੇ ਤੱਕ ਮੈਨੂੰ ਇਲਮ ਹੈ ਜਿਸ ਗੱਲ ਦਾ ਉਹ ਇਹ ਹੈ ਕਿ ਬੇਸ਼ਤਰ ਜਿਹੜੇ ਲਿਟੀਗੈਂਟਸ ਸਨ ਜਿਨ੍ਹਾਂ ਨੇ ਹਾਈ ਕੋਰਟ ਨੂੰ ਰਜੂ ਕੀਤਾ ਸੀ ਉਹ ਉਹੀ ਲੋਕ ਸਨ ਜਿਹੜੇ ਇਹਨਾਂ ਰਿਹਾਇਸ਼ੀ ਸਕੀਮਾਂ ਦੇ ਲੋਕ ਸਨ। ਲੇਕਿਨ ਇਸ ਵਿੱਚ ਇੱਕ ਬੜਾ ਇੰਟਰਸਟਿੰਗ ਪਹਿਲੂ ਇਹ ਸੀ ਕਿ ਸੁਪਰੀਮ ਕੋਰਟ ਨੂੰ ਇਹ ਜਾ ਕੇ ਦੱਸਿਆ ਗਿਆ ਕਿ ਗਵਰਨਮੈਂਟ ਆਫ ਪੰਜਾਬ ਜਿਹੜਾ ਹੈ ਜ਼ਰੀ ਰਕਬਾ ਹੈ ਉਸ ਨੂੰ ਰਿਹਾਇਸ਼ੀ ਪਰਪਸਿਸ ਵਾਸਤੇ ਇਸਤੇਮਾਲ ਕਰਨ ਵਾਸਤੇ ਐਕਵਾਇਰ ਕਰਨਾ ਚਾਹ ਰਹੀ ਹੈ, ਜਦਕਿ ਉਹ ਜਿਹੜੇ ਰਿਹਾਇਸ਼ੀ ਸਕੀਮਾਂ ਜਿਹੜੀਆਂ ਪ੍ਰਾਈਵੇਟ ਸੈਕਟਰ 'ਚ ਇੱਥੇ ਲੱਗ ਰਹੀਆਂ ਹਨ ਉਹ ਖੁਦ ਵੀ ਤੇ ਜ਼ਰੀ ਰਕਬਾ ਹੀ ਜਿਹੜਾ ਉਸ ਨੂੰ ਜ਼ੇਰੇ ਇਸਤੇਮਾਲ ਲਿਆ ਰਿਹਾ ਸਨ ਰਿਹਾਇਸ਼ੀ ਮਕਾਸਦ ਵਾਸਤੇ। ਸੋ ਮੈਂ ਸਮਝਦਾ ਕਿ ਉਹਨਾਂ ਦੇ ਉਹ ਜਿਹੜਾ ਇੱਕ ਮੌਕਫ ਸੀ ਉਸ ਵਿੱਚ ਵੀ ਸਭ ਤੋਂ ਵੱਡੀ ਕਮਜ਼ੋਰੀ ਇਹ ਹੀ ਸੀ ਕਿ ਉਹ ਜਿਹੜਾ ਕੰਮ ਖੁਦ ਕਰਨਾ ਚਾਹ ਰਹੇ ਉਹ ਕੰਮ ਹਕੂਮਤ ਨੂੰ ਕਰਨ ਤੋਂ ਰੋਕ ਰਹੇ ਸਨ। ਬਹਰਹਾਲ ਇਹ ਸਾਰੇ ਮਾਮਲਾਤ ਜਿਹੜੇ ਨੇ ਇਨਸ਼ਾ ਅੱਲਾਹ ਤਾਲਾ ਅੱਗੇ ਜਾ ਕੇ ਸੁਪਰੀਮ ਕੋਰਟ ਵਿੱਚ ਕਲੀਅਰ ਹੋ ਜਾਣਗੇ। ਅੱਛਾ ਰਾਜਾ ਸਾਹਿਬ, ਤੁਸੀਂ ਕੋਆਪਰੇਟਿਵ ਨੂੰ ਵੇਖ ਰਹੇ ਹੋ ਤੇ ਅਰਬਾਂ ਰੁਪਏ ਦੀ ਜ਼ਮੀਨਾਂ ਤੁਸੀਂ ਵਾਗੁਜ਼ਾਰ ਕਰਾਈਆਂ ਨੇ ਤੇ ਇਸ ਲਈ ਨਾਜ਼ਰੀਨ ਜਿਹੜੇ ਸਾਡਾ ਪ੍ਰੋਗਰਾਮ ਵੇਖਦੇ ਪਏ ਨੇ ਜ਼ਰਾ ਦੱਸੋ ਨਾ ਕਿ ਕੀ ਕੁਛ ਹੋਇਆ। ਉਹ ਤਾਂ ਬੜੇ ਤਗੜੇ ਲੋਕ ਸਨ। ਸਰ ਮੈਂ ਸਮਝਦਾ ਕਿ
ਕੋਆਪਰੇਟਿव डिपार्टमेंट ਜਿਹੜਾ ਇੱਕ ਬਹੁਤ ਬੜਾ ਡਿਪਾਰਟਮੈਂਟ ਹੈ। ਜ਼ਾਹਿਰੀ ਤੌਰ ਤੇ ਸ਼ਾਇਦ ਤਾਂ ਇਹ ਡਿਪਾਰਟਮੈਂਟ ਇਤਨਾ ਵੱਡਾ ਨਜ਼ਰ ਨਹੀਂ ਆਉਂਦਾ, ਲੇਕਿਨ ਇੱਕ ਬਹੁਤ ਬੜਾ ਡਿਪਾਰਟਮੈਂਟ ਹੈ। ਔਰ ਬੁਨਿਆਦੀ ਤੌਰ ਤੇ ਜਿਹੜਾ ਕੋਆਪਰੇਟਿਵ ਦਾ ਕਾਨੂੰਨ ਬਣਾਇਆ ਗਿਆ ਸੀ 1925 'ਚ ਕਾਨੂੰਨ ਬਣਾਇਆ ਗਿਆ ਸੀ, ਔਰ ਉਸ ਵੇਲੇ ਜੋ ਕਨਸੀਵ ਕੀਤਾ ਗਿਆ ਸੀ ਉਹ ਇਹ ਕੀਤਾ ਗਿਆ ਸੀ ਕਿ ਇਹ ਮਹਿਕਮਾ ਜਿਹੜਾ ਇਹ ਕਿਸਾਨਾਂ ਦੀ ਫਲਾਹ ਬਹਿਬੂਦ ਔਰ ਬਿਹਤਰੀ ਵਾਸਤੇ ਕੰਮ ਕਰੇਗਾ। ਤੁਹਾਨੂੰ ਯਾਦ ਹੋਏਗਾ ਕਿਸੇ ਜ਼ਮਾਨੇ ਕੋਆਪਰੇਟਿਵ ਯੂਨੀਅਨ ਹੁੰਦੀਆਂ ਸਨ, ਕੋਆਪਰੇਟਿਵ ਸੁਸਾਇਟੀਜ਼ ਹੁੰਦੀਆਂ ਸਨ, ਫਿਰ ਕੋਆਪਰੇਟਿਵ ਸੈਂਟਰਸ ਸਨ ਜਿੱਥੋਂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਸਨ, ਫਿਰ ਕੋਆਪਰੇਟਿਵ ਬੈਂਕ ਸੀ ਜਿਹੜਾ ਕਿਸਾਨਾਂ ਨੂੰ ਕਰਜ਼ੇ ਦਿੰਦਾ ਸੀ, ਰੱਬੀ ਦੇ ਕਰਜ਼ੇ ਦਿੰਦਾ ਸੀ, ਖਰੀਫ ਦੇ ਕਰਜ਼ੇ ਦਿੰਦਾ ਸੀ, ਟਰੈਕਟਰਸ ਵਾਸਤੇ ਕਰਜ਼ੇ ਦਿੰਦਾ ਸੀ। ਲੇਕਿਨ ਵਿਦ ਦਾ ਪੈਸੇਜ ਆਫ ਟਾਈਮ ਜਿਸ ਦਾ ਵਕਤ ਗੁਜ਼ਰਦਾ ਗਿਆ, ਕੋਆਪਰੇਟਿਵ ਡਿਪਾਰਟਮੈਂਟ ਆਪਣੇ ਅਸਲ ਮਕਸਦ ਤੋਂ ਹਟ ਕੇ ਤੇ ਹਾਊਸਿੰਗ ਸੈਕਟਰ 'ਚ ਚਲਾ ਗਿਆ, ਔਰ ਇਸ ਕੋਆਪਰੇਟਿਵ ਡਿਪਾਰਟਮੈਂਟ ਵਿੱਚ ਸੁਸਾਇਟੀਜ਼ ਰਜਿਸਟਰ ਕਰਵਾ ਕੇ ਤੇ ਹਾਊਸਿੰਗ ਸੁਸਾਇਟੀਜ਼ ਬਣਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਸੋ ਅਸੀਂ ਪਹਿਲੇ ਜਿਸ ਦਿਨ ਦਾ ਮੈਨੂੰ ਇੱਕ ਮਹਿਕਮਾ ਮਿਲਿਆ, ਅਸੀਂ ਪਹਿਲਾਂ ਤੇ ਕੋਸ਼ਿਸ਼ ਇਹ ਕੀਤੀ ਕਿ ਆਇੰਦਾ ਵਾਸਤੇ ਅਸੀਂ ਕੋਆਪਰੇਟਿਵ ਡਿਪਾਰਟਮੈਂਟ ਵਿੱਚ ਹਾਊਸਿੰਗ ਸੁਸਾਇਟੀਜ਼ ਦੀ ਰਜਿਸਟ੍ਰੇਸ਼ਨ ਬੰਦ ਕਰ ਦਿੱਤੀ, ਔਰ ਜਿਹੜੀ ਕੋਆਪਰੇਟਿਵ ਸੁਸਾਇਟੀਜ਼ ਫਾਰਮਰਸ ਦੀ ਕੋਆਪਰੇਟਿਵ ਸੁਸਾਇਟੀਜ਼ ਉਹਨਾਂ ਦੀ ਰਜਿਸਟ੍ਰੇਸ਼ਨ ਜਿਹੜੀ ਬੰਦ ਹੋਈ ਸੀ ਅਸੀਂ ਉਹ ਖੋਲੀ, ਨੰਬਰ 1। ਨੰਬਰ 2, ਕੋਆਪਰੇਟਿਵ ਫਾਰਮਰ ਐਸੋਸੀਏਸ਼ਨ ਜਿਹੜੀਆਂ ਸਨ ਉਹਨਾਂ ਦੇ ਇਲੈਕਸ਼ਨ ਬੰਦ ਹੋਏ ਸਨ, ਤਵੀਲ ਅਰਸੇ ਤੋਂ ਇਲੈਕਸ਼ਨ ਨਹੀਂ ਕਰਵਾਏ ਜਾ ਸਕੇ, ਅਸੀਂ ਉਹਨਾਂ ਦੇ ਇਲੈਕਸ਼ਨ ਦਾ ਪ੍ਰੋਸੈਸ ਵੀ ਸ਼ੁਰੂ ਕਰਵਾਇਆ। ਸਭ ਤੋਂ ਇੰਟਰਸਟਿੰਗ ਗੱਲ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜਾ ਇਸ ਡਿਪਾਰਟਮੈਂਟ ਦੇ ਮਤਹਿਤ ਇੱਕ ਪੰਜਾਬ ਕੋਆਪਰੇਟਿਵ ਬੈਂਕ ਹੈ ਜੀ, ਜਿਹੜਾ ਕਿ ਇੱਕ ਪ੍ਰੋਪਰ ਬੈਂਕ ਸੀ ਔਰ ਪ੍ਰੋਪਰ ਬੈਂਕ ਦੇ ਤੌਰ 'ਤੇ ਉਹ ਕੰਮ ਕਰ ਰਿਹਾ ਸੀ। ਬਦਕਿਸਮਤੀ ਤੋਂ 7 ਸਾਲ ਤੋਂ ਗੁਜ਼ਸ਼ਤਾ 7 ਸਾਲ ਪ੍ਰੀਵੀਅਸ ਗਵਰਨਮੈਂਟ ਦਾ ਏਰੀਆ ਅਰਸਾ ਜਿਹੜਾ ਗੁਜ਼ਰਿਆ, ਉਸ ਵਿੱਚ ਇਸ ਬੈਂਕ ਵਿੱਚ ਰੈਗੂਲਰ CEO ਨਹੀਂ ਲਾਇਆ ਗਿਆ। ਤੇ ਜਿਸਲੇ ਰੈਗੂਲਰ CEO ਨਹੀਂ ਸੀ ਤਾਂ ਉਹਦੇ ਨਤੀਜੇ ਸਟੇਟ ਬੈਂਕ ਆਫ ਪਾਕਿਸਤਾਨ ਨੇ ਸਾਡੀ ਬੈਂਕਿੰਗ ਬੰਦ ਕਰ ਦਿੱਤੀ। ਉਹਨਾਂ ਕਿਹਾ ਕਿ ਤੁਸੀਂ ਕਮਰਸ਼ੀਅਲ ਬੈਂਕਿੰਗ ਨਹੀਂ ਕਰ ਸਕਦੇ ਹੋ ਕਿਉਂਕਿ ਤੁਹਾਡੇ ਕੋਲ ਤਾਂ CEO ਹੀ ਕੋਈ ਨਹੀਂ, ਨੰਬਰ 1। ਨੰਬਰ 2, ਉਹਨਾਂ ਨੇ ਕਿਹਾ ਕਿ ਜਦ ਤੱਕ ਤੁਸੀਂ CEO ਨਹੀਂ ਲਾਓਗੇ ਤੁਹਾਡੇ 'ਤੇ ਇੱਕ ਜੁਰਮਾਨਾ ਆਇਦ ਕਰਾਂਗੇ ਅਸੀਂ। ਔਰ ਅਬ ਤੁਸੀਂ ਯਕੀਨ ਕਰੋਗੇ ਕਿ ਪਿਛਲੇ ਕੋਈ ਤਕਰੀਬਨ 7 ਸਾਲ ਅਸੀਂ ਬਾਕਾਇਦਾ ਜੁਰਮਾਨਾ ਅਦਾ ਕਰ ਰਹੇ ਸਾਂ CEO ਨਾ ਲਾਉਣ ਦਾ। ਉਹ ਹੁਣ ਆ ਕੇ ਜਿਸਲੇ ਮੇਰੇ ਕੋਲ ਡਿਪਾਰਟਮੈਂਟ ਆਇਆ ਤੇ ਅਸੀਂ ਉੱਥੇ ਪ੍ਰੋਪਰ ਉਸਨੂੰ ਐਡਵਰਟਾਈਜ਼ ਕੀਤਾ ਗਿਆ ਔਰ ਸਟੇਟ ਬੈਂਕ ਆਫ ਪਾਕਿਸਤਾਨ ਦੀ ਮਸ਼ਾਵਰਤ ਨਾਲ ਅਸਾਂ ਉੱਥੇ CEO ਜਿਹੜਾ ਉਹ ਅਪੁਆਇੰਟ ਕਰ ਦਿੱਤਾ। ਔਰ ਅੱਜ ਅੱਲਾਹ ਤਾਲਾ ਦੇ ਫਜ਼ਲੋ ਕਰਮ ਨਾਲ ਜਿਹੜੀ ਉਹ ਸਟੇਟ ਬੈਂਕ ਦੀ ਤਰਫੋਂ ਸਾਡੇ 'ਤੇ ਪਾਬੰਦੀ ਲੱਗੀ ਸੀ ਕਮਰਸ਼ੀਅਲ ਐਕਟੀਵਿਟੀ ਦੀ, ਉਹ ਵੀ ਖਤਮ ਹੋ ਚੁੱਕੀ ਹੈ ਔਰ ਬੈਂਕ ਜਿਹੜਾ ਹੈ ਉਹ ਫਾਲ ਹੋ ਚੁੱਕਾ ਹੈ, ਨੰਬਰ 1। ਨੰਬਰ 2, ਕੋਆਪਰੇਟਿਵ ਸੁਸਾਇਟੀਜ਼ ਅਸੀਂ ਇਲੈਕਸ਼ਨ ਕਰਵਾ ਰਹੇ ਹਾਂ ਔਰ ਇਨਸ਼ਾ ਅੱਲਾਹ ਤਾਲਾ ਬਹੁਤ ਜਲਦ, ਉਸ ਮੈਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਦੱਸਿਆ ਵੀ ਸੀ ਕਿ ਅਸੀਂ ਕਿਸਾਨਾਂ ਵਾਸਤੇ ਛੋਟੇ ਕਰਜ਼ੇ ਵੀ ਦੇਣ ਦੀ ਸਕੀਮ ਦੁਬਾਰਾ ਸ਼ੁਰੂ ਕਰ ਰਹੇ ਹਾਂ, ਟਰੈਕਟਰਸ ਦੇ ਕਰਜ਼ੇ ਦੇਣ ਦੀ ਸਕੀਮ ਅਸੀਂ ਦੁਬਾਰਾ ਸ਼ੁਰੂ ਕਰ ਰਹੇ ਹਾਂ, ਅਸੀਂ ਖਾਦ ਵਾਸਤੇ ਕਰਜ਼ੇ ਦੇਣ ਦੀ ਸਕੀਮ ਸ਼ੁਰੂ ਕਰ ਰਹੇ ਹਾਂ। ਔਰ ਸਭ ਤੋਂ ਬੜਾ ਇਹ ਕਿ ਜਿਹੜੇ ਸਾਡੇ ਕੋਆਪਰੇਟਿਵ ਦੇ ਜ਼ੇਰੇ ਇਤਮਾਮ ਜਿਹੜੇ ਸਾਡੇ ਕੋਆਪਰੇਟਿਵ ਸੈਂਟਰਸ ਚੱਲਦੇ ਸਨ, ਜਿੱਥੋਂ ਕੋਆਪਰੇਟਿਵ ਡਿਪਾਰਟਮੈਂਟ ਦੇ ਕੁਛ ਅਸ਼ਿਆ ਜਿਹੜੀਆਂ ਸੇਲ ਹੁੰਦੀਆਂ ਸਨ ਔਰ ਕੁਝ ਸਰਵਿਸਿਜ਼ ਉਦੋਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਸਨ, ਉਹਨਾਂ ਨੂੰ ਅਸੀਂ ਦੁਬਾਰਾ ਫਾਲ ਕਰ ਰਹੇ ਹਾਂ। ਜਾਂ ਜਿਸ ਤਰ੍ਹਾਂ ਪ੍ਰੋਪਰਟੀਜ਼ ਦਾ ਤਾਲੁਕ ਹੈ, ਤੁਸੀਂ ਯਕੀਨ ਕਰੋਗੇ ਜੀ ਕਿ ਅਰਬਾਂ ਰੁਪਏ ਦੀ ਪ੍ਰੋਪਰਟੀ ਕੋਆਪਰੇਟਿਵ ਬੈਂਕ ਦੀ ਜਿਹੜੀ ਹੈ ਉਹ ਇਲੀਗਲੀ ਗੈਰ ਕਾਨੂੰਨੀ ਤੌਰ 'ਤੇ ਇਨਕਰੋਚ ਅਪਾਨ ਹੋਈ ਸੀ, ਲੋਕਾਂ ਨੇ ਕਬਜ਼ਾ ਕੀਤਾ ਸੀ। ਇਸੇ ਤਰ੍ਹਾਂ ਇਸ ਕੋਆਪਰੇਟਿਵ ਡਿਪਾਰਟਮੈਂਟ ਨਾਲ ਇੱਕ ਅਲੱਗ ਡਿਪਾਰਟਮੈਂਟ ਹੈ ਲਿਕਵੀਡੇਸ਼ਨ ਜੀ, ਪੰਜਾਬ ਲਿਕਵੀਡੇਸ਼ਨ ਬੋਰਡ PLB, ਉਹਦੀ ਅਰਬਾਂ ਰੁਪਏ ਦੀ ਪ੍ਰਾਪਰਟੀ ਜਿਹੜੀ ਸੀ ਉਹ ਵੀ ਲੋਕ ਕਬਜ਼ਾ ਕਰਕੇ ਬੈਠੇ ਸਨ। ਔਰ ਪਿਛਲੇ ਤਕਰੀਬਨ 6 ਮਹੀਨੇ ਅਸੀਂ ਕੋਈ ਤਕਰੀਬਨ ਉਸ ਦਿਨ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਮੈਂ ਬਰੀਫ ਕੀਤਾ ਸੀ, ਅਸੀਂ ਤਕਰੀਬਨ ਕੋਈ 160 ਅਰਬ ਰੁਪਏ ਦੀ ਪ੍ਰਾਪਰਟੀ ਜਿਹੜੀ ਵਾਗਜ਼ਾਰ ਕਰਾਈ ਹੈ ਜੀ, ਬਿਲਕੁਲ। ਔਰ ਉਸ ਤੋਂ ਇਲਾਵਾ ਇਸ ਵੇਲੇ ਜਿਹੜੀ ਅਸੀਂ ਤਕਰੀਬਨ 60 ਅਰਬ ਰੁਪਏ ਦੀ ਪ੍ਰਾਪਰਟੀ ਜਿਹੜੀ ਹੈ ਉਸ ਨੂੰ ਵੇਚ ਕੇ ਤੇ ਉਹ ਪੈਸਾ ਅਸੀਂ ਗਵਰਨਮੈਂਟ ਆਫ ਪੰਜਾਬ ਦੇ ਖਜ਼ਾਨੇ ਜਮ੍ਹਾਂ ਕਰਵਾ ਕੇ ਤਾਂ ਕਿ ਉਹ ਪਬਲਿਕ ਵੈਲਫੇਅਰ ਵਾਸਤੇ ਪੈਸਾ ਖਰਚ ਹੋਵੇ। ਇਸ ਵਾਸਤੇ ਮੈਂ ਖਾਸ ਇੱਕ ਹੋਰ ਚੀਜ਼ ਅਰਜ਼ ਕਰਨਾ ਚਾਹਾਂਗਾ ਕਿ ਜਿਹੜਾ ਇਹ ਪੈਸਾ ਅਸੀਂ ਪ੍ਰਾਪਰਟੀਆਂ ਵੇਚ ਕੇ ਤੇ ਖਰਚ ਕਰਨਾ ਚਾਹੁੰਦੇ ਹਾਂ, ਇਸ ਵਾਸਤੇ ਕਾਨੂੰਨ ਹੀ ਮੌਜੂਦ ਨਹੀਂ ਸੀ। ਔਰ ਕੋਆਪਰੇਟਿਵ ਦਾ ਕਾਨੂੰਨ ਜਿਹੜਾ ਹੈ 1925 ਦਾ ਬਣਿਆ, ਉਹਦੇ 'ਚ ਪਹਿਲੀ ਦਫਾ ਆ ਕੇ ਮੌਜੂਦਾ ਗਵਰਨਮੈਂਟ ਨੇ 22 ਅਮੈਂਡਮੈਂਟ ਕੀਤੀਆਂ ਔਰ 22 ਅਮੈਂਡਮੈਂਟ ਕਰਨ ਤੋਂ ਬਾਅਦ ਅਸੀਂ ਉਸ ਨੂੰ ਮੌਜੂਦਾ ਦੌਰ ਦੇ ਜਿਹੜੇ ਤਕਾਜ਼ੇ ਉਹਨਾਂ ਨਾਲ ਮੰਗ ਕੀਤਾ, ਜਿਹੜੀਆਂ ਅੱਜ ਦੀਆਂ ਜ਼ਰੂਰੀਆਤ ਹਨ ਉਸ ਵਾਸਤੇ ਅਸੀਂ ਕਾਨੂੰਨ ਬਣਾਏ। ਰਾਜਾ ਸਾਹਿਬ, ਤੁਸੀਂ ਬੜੇ ਵੱਡੇ ਕੰਮ ਕਰ ਰਹੇ ਹੋ, ਜ਼ਮੀਨਾਂ ਵੀ ਵਾਗਜ਼ਾਰ ਕਰਾ ਲਈਆਂ, ਕਾਨੂੰਨ ਸਾਜ਼ੀ ਵੀ ਹੋ ਰਹੀ ਹੈ। ਇੱਕ ਛੋਟਾ ਜਿਹਾ ਮਸਲਾ ਹੈ ਆਵਾਮ ਦਾ ਕਿ ਜਿਹੜੇ ਬੇਕਾਰੀ ਨੇ ਮੁਖਤਲਿਫ ਚੌਕਾਂ 'ਚ ਖੜੇ ਹੋ ਜਾਂਦੇ ਨੇ। ਪਿਛਲੇ ਦਿਨਾਂ ਜਿਸਲੇ ਤੁਸੀਂ ਹੁਕਮ ਜਾਰੀ ਕੀਤਾ ਤੇ ਬੜੀ ਪਕੜ ਦਕੜ ਵੀ ਹੋਈ
ਲੇਕਿਨ ਫਿਰ ਮਾਮਲਾ ਉੱਥੇ ਹੀ ਆ ਗਿਆ। ਜੀ ਇਹ ਮੈਂ ਅਰਜ਼ ਕਰਾਂਗਾ ਕਿ ਬਿਲਕੁਲ ਦੋਸਤ ਤੁਹਾਡੀ ਆਬਜ਼ਰਵੇਸ਼ਨ ਹੈ ਔਰ ਇਸ ਨੂੰ ਅਗਰ ਦੋ ਹਿੱਸਿਆਂ 'ਚ ਤੁਸੀਂ ਤਕਸੀਮ ਕਰ ਲਓ। ਇੱਕ ਜ਼ਮਾਨਾ ਐਸਾ ਸੀ ਕਿ ਤੁਸੀਂ ਦੇਖਿਆ ਹੋਣਾ ਕਿ ਚੌਕਾਂ 'ਤੇ ਬੱਚੇ ਖਲੋਤੇ ਹੁੰਦੇ ਸਨ ਜੀ। ਔਰ ਉਹਨਾਂ ਬੱਚੇ ਉਹ ਕੋਈ ਇੰਡੀਵਿਜੂਅਲ ਹੈਸੀਅਤ ਜ਼ਾਤੀ ਹੈਸੀਅਤ ਵਿੱਚ ਨਹੀਂ ਖਲੋਤੇ ਹੁੰਦੇ ਸਨ, ਉਹਨਾਂ ਦੇ ਪਿੱਛੇ ਬਾਕਾਇਦਾ ਗੈਂਗ ਸੀ, ਮਾਫੀਆ ਆਪਰੇਟ ਕਰਦਾ ਸੀ ਔਰ ਉਹਨਾਂ ਬੱਚਿਆਂ ਨੂੰ ਕਿਸੇ ਨੂੰ ਡਿਸੇਬਲ ਕਰਨ ਦੇ ਦਿੰਦੇ, ਬਾਕਾਇਦਾ ਬੱਚਿਆਂ ਨੂੰ ਡਿਸੇਬਲ ਕੀਤਾ ਜਾਂਦਾ ਸੀ ਤੇ ਉਹਨਾਂ ਨੂੰ ਚੌਕਾਂ 'ਚ ਖੜਾ ਕਰਕੇ ਤੇ ਭੀਖ ਮੰਗਣ 'ਤੇ ਮਜਬੂਰ ਕੀਤਾ ਜਾਂਦਾ ਸੀ। ਉਸ ਵਕਤ ਦੀ ਗਵਰਨਮੈਂਟ ਚੌਧਰੀ ਪਰਵੇਜ਼ ਇਲਾਹੀ ਸਾਹਿਬ ਚੀਫ ਮਿਨਿਸਟਰ ਸਨ, ਉਹਨਾਂ ਨੇ ਇੱਕ ਆਈਡੀਆ ਕਨਸੀਵ ਕੀਤਾ ਔਰ ਚਾਈਲਡ ਪ੍ਰੋਟੈਕਸ਼ਨ ਬਿਊਰੋ ਅਸੀਂ ਬਣਾਇਆ ਔਰ ਜਿਤਨੇ ਇਹ ਬੱਚੇ ਜਿਹੜੇ ਚੌਕਾਂ 'ਤੇ ਭੀਖ ਮੰਗ ਰਹੇ ਹੁੰਦੇ ਸਨ ਉਹਨਾਂ ਨੂੰ ਤੋਂ ਚੌਕਾਂ ਤੋਂ ਚੁੱਕਿਆ ਜਾਂਦਾ ਸੀ ਔਰ ਆਪਣਾ ਚਾਈਲਡ ਪ੍ਰੋਟੈਕਸ਼ਨ ਸੈਂਟਰ ਜਿਹੜਾ ਉੱਥੇ ਲੈ ਜਾਇਆ ਜਾਂਦਾ ਸੀ, ਜਿੱਥੇ ਉਹਨਾਂ ਬੱਚਿਆਂ ਦੀ ਬਾਕਾਇਦਾ ਤਰਬੀਅਤ ਕੀਤੀ ਜਾਂਦੀ ਸੀ, ਉਹਨਾਂ ਨੂੰ ਤਾਲੀਮ ਦਿਲਵਾਈ ਜਾਂਦੀ ਸੀ ਔਰ ਉਹਨਾਂ ਨੂੰ ਮਾਸ਼ਰੇ ਦਾ ਇੱਕ ਮੁਫੀਦ ਸ਼ਹਿਰੀ ਬਣਾਉਣ ਵਾਸਤੇ ਕੋਸ਼ਿਸ਼ ਕੀਤੀ ਜਾਂਦੀ ਸੀ ਔਰ ਉਹ ਸਿਲਸਿਲਾ ਅੱਜ ਵੀ ਜਾਰੀ ਹੈ। ਔਰ ਮੈਂ ਉਸੇ ਵਕਤ ਚूँकि ਉਸ ਵਕਤ ਵੀ ਮੈਂ ਲਾ ਮਿਨਿਸਟਰ ਸਾਂ ਤੇ ਮੈਂ ਗੁਜ਼ਾਰਿਸ਼ ਇਹ ਕਰਨਾ ਚਾਹਾਂਗਾ ਕਿ ਉਸ ਵੇਲੇ ਅਸੀਂ ਕੋਈ ਸਿਰਫ ਲਾਹੌਰ ਵਿੱਚ 6-7 ਦੇ ਕਰੀਬ ਐਸੇ ਗੈਂਗ ਬਰਸਟ ਕੀਤੇ ਸਨ ਜਿਹੜੇ ਬਾਕਾਇਦਾ ਮੁਨਜ਼ਮ ਤਰੀਕੇ ਨਾਲ ਬੱਚਿਆਂ ਨੂੰ ਡਿਸੇਬਲ ਕਰਕੇ ਉਹਨਾਂ ਕੋਲ ਭੀਖ ਮੰਗਵਾਉਂਦੇ ਸਨ, ਲੇਕਿਨ ਕੁਛ ਅਰਸੇ ਬਾਅਦ ਦੁਬਾਰਾ ਫਿਰ ਉਹ ਸਿਰ ਉਠਾ ਲੈਂਦਾ। ਜ਼ਰੂਰਤ ਇਸ ਚੀਜ਼ ਦੀ ਹੈ ਕਿ ਕੋਈ ਮੁਸਤਕਿਲ ਬੁਨਿਆਦਾਂ 'ਤੇ ਇਸ ਚੀਜ਼ ਦਾ ਹੱਲ ਕੱਢਿਆ ਜਾਏ। ਤੁਸੀਂ ਦੇਖਿਆ ਹੋਣਾ ਕਿ ਹੁਣ ਮੌਜੂਦਾ ਗਵਰਨਮੈਂਟ ਨੇ ਜਿਹੜੀਆਂ ਪਨਾਹਗਾਹਾਂ ਬਣਾਈਆਂ, ਅਗਰ ਇੱਕ ਆਦਮੀ ਸਿਰਫ ਇਸ ਵਾਸਤੇ ਭੀਖ ਮੰਗਣਾ ਚਾਹੁੰਦਾ ਹੈ ਕਿ ਉਸਨੇ ਰੋਟੀ ਖਾਣੀ ਹੈ तो मैं समझना वो तो उसका मसला हल वो तो उसका मसला हल हो चुका है। मौजूदा गवर्नमेंट ने इमरान खान साहब के हुक्म दे और विजन के मुताबिक चीफ मिनिस्टर पंजाब उस्मान बुज़दार साहब के कहने अज लाहौर मेरे ख्याल है तकरीबन 1 दर्जन के करीब पनाहगाह सिर्फ लाहौर मौजूद हैं, जिथे कोई भी बंदा जाए रिहाइश भी मिलेगी, खाना भी मिलेगा। लेकिन इसके बावजूद अगर कोई बंदा प्रिटेंड ये करता है कि मैं अपना पेट भरने वास्ते या बच्चों का पेट भरने वास्ते भीख मंग रहा तो गलत है, वो प्रोफैशनल है। ठीक राजा साहब बलदियाती इंतखाबात की गल कर लेने आ, ये जिहड़ी तुहाडी पिछले दिन मीटिंग हुई है वज़ीर आज़म पाकिस्तान नाल तो उन्होंने तुहानूं की टास्क दिता है बलदियात इलैक्शन के बारे? देखो जी प्राइम मिनिस्टर साहब का हुक्म ये सी कि बलदियाती इलैक्शनस के हवाले नाल जिहड़ा कानून लोकल गवर्नमेंट का कानून जिहड़ा इसलिए ज़ेरे गौर है पंजाब असैम्बली की स्टैंडिंग कमेटी कोल और उस तो बाद स्टैंडिंग कमेटी तो बाद उसने असैम्बली जाना इनैक्टमेंट वास्ते तो प्राइम मिनिस्टर साहब का हुक्म सी कि उसनूं जितना जल्द अज जल्द असी इस प्रोसैस नूं कंप्लीट करिए ताकि असी पंजाब विच इलैक्शन की तरफ जा सकां। तुहाडे नोटिस होएगा कि टेंटेटिव डेट भी गवर्नमेंट ऑफ पंजाब ने दित्ती है, इलैक्शन कमीशन नूं असी दित्ती है और इलैक्शन कमीशन भी बड़ी तेज़ी नाल इस पर काम कर रहा है और इंशाअल्लाह ताला ऐसे महीने मेरा ख्याल है कि इलैक्शन कमीशन की तरफों डिलिमिटेशन हल्का बंदियां की भी इंस्ट्रक्शनस जिहड़ियां आ जाएंगियां और उस पर कम शुरू हो जाएगा। सो साडी कोशिश ये है कि जितना जल्दी हो सके वो लोकल गवर्नमेंट का एक्ट असी असैम्बली तो पास करा के तो इलैक्शन कमीशन दईए ताकि इलैक्शन कमीशन असी मई प्रपोज किया, लेकिन इस वाबदीद है इलैक्शन कमीशन ऑफ पाकिस्तान की कि वो इसनूं किस तरह फेज आउट कर दें। राजा साहब अगर असी अपने आमा की गल करिए तो पंजाब वड्डा सूबा है पाकिस्तान का तो कंपैरेटिवली जराइम इत्थे घट ने तो तुसी इहनूं किस तरह मैनेज कर रहे हो? ये जिहड़े सानूं जिहड़ी एक तस्वीर नज़र आ रही है जराइम तो हर अमरीका च भी होंदे ने यानी स्ट्रीट क्राइम या दूसरे जिहड़े ने, लेकिन कंपैरेटिवली साडे इत्थे घट है, ये किस तरह की हिकमत अमली नाल तुसीं चल रहे हो? देखो सर मैं गुजारिश ये करांगा कि बिल्कुल तुसीं दुरुस्त फरमाया कि इंतहाई महजब माशरियां भी और इंतहाई डिवेलप्ड मुमालिक जिहड़े ने उन्हां विच भी जुर्म तो हुंदा है और जुर्म नूं तुसीं प्रीएम्प्ट करके कभी रोक नहीं सकते। मासवा ये कि जिहड़ा कोई इस किस्म का क्राइम दहशतगर्दी या इस किस्म का जिहड़ा एक रूटीन हुकूमतां जिहड़ियां वो कॉम्बिंग और इस तरह के मामलात नाल इंटैलीजेंस बेस्ड ऑपरेशनस करके तो उन्होंने कलाकुमा करते रहते हैं, वो एक अलग चीज़ है। लेकिन एक आम जुर्म है जिहड़ा उसनूं तुसीं प्रीएम्प्ट करके रोक नहीं सकते। गवर्नमेंट की कारकरदगी का मैं समझना कि सबूत होंदा है कि जुर्म होने तो बाद गवर्नमेंट ने उसनूं डिटैक्ट किस तरह किया, उसकी प्रोसिक्यूशन किस तरह हुई।
ਅੱਲਾਹ ਤਾਲਾ ਦੇ ਫਜ਼ਲ ਕਰਮ ਨਾਲ ਮੈਂ ਇਹ ਜਿਹੜਾ ਸਾਡਾ ਤਕਰੀਬਨ ਪੌਣੇ 4 ਸਾਲ ਦਾ ਅਰਸਾ ਗੁਜ਼ਰਿਆ, ਇਹਦੇ ਮੁਤਲਕ ਮੈਂ ਗੁਜ਼ਾਰਿਸ਼ ਕਰਨਾ ਚਾਹਾਂਗਾ ਕਿ ਪੰਜਾਬ ਵਿੱਚ ਜਿਤਨਾ ਵੀ ਹਾਈ ਪ੍ਰੋਫਾਈਲਡ ਕੇਸਿਸ ਹੋਏ ਜੀ, ਅੱਲਾਹ ਤਾਲਾ ਦੇ ਫਜ਼ਲ ਕਰਮ ਨਾਲ ਡਿਟੈਕਟ ਹੋਏ ਜੀ, ਮੁਲਜ਼ਮਾਨ ਦੀ ਨਿਸ਼ਾਨਦੇਹੀ ਹੋਈ ਔਰ ਉਹਨਾਂ ਦੇ ਚਲਾਨ ਅਦਾਲਤ ਵਿੱਚ ਪੇਸ਼ ਕਰਕੇ ਤੇ ਉਹਨਾਂ ਨੂੰ ਸਜ਼ਾਵਾਂ ਵੀ ਦਿਲਵਾਈਆਂ ਗਈਆਂ। ਲੇਟੈਸਟ ਮੇਰਾ ਖਿਆਲ ਹੈ ਅੱਜ ਤੋਂ 3-4 ਦਿਨ ਪਹਿਲੇ ਦੀ ਗੱਲ ਹੈ ਕਿ ਤੁਹਾਨੂੰ ਯਾਦ ਹੋਏਗਾ ਜੌਹਰ ਟਾਊਨ ਵਿੱਚ ਜਿਹੜਾ ਧਮਾਕਾ ਹੋਇਆ ਸੀ ਉਹਦੇ ਮੁਲਜ਼ਮਾਨ ਨੂੰ ਸਜ਼ਾ ਹੋ ਗਈ। ਲੇਕਿਨ ਇੱਕ ਚੀਜ਼ ਮੈਂ ਤੁਹਾਨੂੰ ਅਰਜ਼ ਕਰਾਂ ਕਿ ਤੁਸੀਂ ਇਹ ਜ਼ਰੂਰ ਨੋਟ ਕੀਤੀ ਹੋਣੀ ਕਿ ਜਿੱਥੇ ਜਰਾਇਮ ਵੀ ਹੁਣ ਦੋ ਕਿਸਮ ਦੇ, ਇੱਕ ਜਿੱਥੇ ਟੋਟਲੀ 100% ਵੈਸੇ ਤੇ ਸਾਡੇ ਕਾਨੂੰਨ ਦੇ ਮੁਤਾਬਿਕ ਪ੍ਰੋਸੀਕਿਊਸ਼ਨ ਜਿਹੜਾ ਗਵਰਨਮੈਂਟ ਦੀ ਜ਼ਿੰਮੇਦਾਰੀ ਹੈ, ਚਾਹੇ ਉਹ ਜੁਰਮ ਜਿਹੜਾ ਅਗੇਂਸਟ ਪਰਸਨ ਹੋਵੇ ਜਾਂ ਅਗੇਂਸਟ ਸਟੇਟ ਇੰਡੀਵਿਜੂਅਲ ਦੇ ਹੋਵੇ ਜਾਂ ਐਟ ਲਾਰਜ ਹੋਵੇ, ਉਹ ਉਸ ਦੀ ਪ੍ਰੋਸੀਕਿਊਸ਼ਨ ਦੀ ਜ਼ਿੰਮੇਦਾਰੀ ਗਵਰਨਮੈਂਟ ਦੀ ਹੈ। ਲੇਕਿਨ ਸਾਡੇ ਮਾਸ਼ਰੇ 'ਚ ਇਹ ਹੈ ਕਿ ਲੋਕ ਤੁਸੀਂ ਦੇਖਿਆ ਹੋਣਾ ਕਿ ਅਗਰ ਦੋ ਫਰੀਕਾਂ ਦੇ ਦਰਮਿਆਨ ਕੋਈ ਕ੍ਰਿਮੀਨਲ ਲਿਟੀਗੇਸ਼ਨ ਹੈ ਤਾਂ ਦੋਨੋਂ ਫਰੀਕ ਆਪਣੇ ਆਪਣੇ ਪ੍ਰਾਈਵੇਟ ਵਕੀਲ ਕਰਕੇ ਉਸ ਮਾਮਲੇ ਨੂੰ ਅਗਲੇ ਲੈ ਕੇ ਚੱਲਦੇ, ਹਾਲਾਂਕਿ ਉੱਥੇ ਪਬਲਿਕ ਪ੍ਰੋਸੀਕਿਊਟਰ ਮੌਜੂਦ ਹੁੰਦਾ, ਲੇਕਿਨ ਲੋਕ ਆਪਣੇ ਤੌਰ 'ਤੇ ਕਰਦੇ। ਲੇਕਿਨ ਜਿੱਥੇ ਇਸ ਕਿਸਮ ਦਾ ਜਿਸ ਤਰ੍ਹਾਂ ਮੈਂ ਅਰਜ਼ ਕੀਤੀ ਜੌਹਰ ਟਾਊਨ ਵਾਲਾ ਧਮਾਕਾ ਸੀ, ਜੀ, ਉਸ ਵਿੱਚ 100% ਪ੍ਰੋਸੀਕਿਊਸ਼ਨ ਗਵਰਨਮੈਂਟ ਦੀ ਸੀ। ਤੁਸੀਂ ਦੇਖੋ ਅਸੀਂ ਮੁਲਜ਼ਮ ਵੀ ਡਿਟੈਕਟ ਕੀਤੇ, ਮੁਲਜ਼ਮ ਗ੍ਰਿਫਤਾਰ ਕੀਤੇ ਔਰ ਮੁਲਜ਼ਮ ਬੈਰੂਨ ਮੁਲਕ ਤੋਂ ਗ੍ਰਿਫਤਾਰ ਕਰਕੇ ਵਾਪਸ ਪਾਕਿਸਤਾਨ ਲਿਆਏ ਗਏ ਔਰ ਫਿਰ ਇੱਕ ਇਫੈਕਟਿਵ ਪ੍ਰੋਸੀਕਿਊਸ਼ਨ ਦੇ ਜ਼ਰੀਏ ਉਹਨਾਂ ਨੂੰ ਸਜ਼ਾ ਵੀ ਦਿਲਵਾਈ ਗਈ। ਇਸੇ ਤਰ੍ਹਾਂ ਤੁਸੀਂ ਯਾਦ ਹੋਏਗਾ ਦਾਤਾ ਦਰਬਾਰ ਦੇ ਬਾਹਰ ਬਲਾਸਟ ਹੋਇਆ, ਮੁਲਜ਼ਮਾਨ ਕਿਸ ਤਰ੍ਹਾਂ ਅਸੀਂ ਟਰੇਸ ਕੀਤੇ। ਮਕਸਦ ਇਹ ਹੈ ਕਿ ਇਸ ਵੇਲੇ ਜਿਹੜੀ ਗਵਰਨਮੈਂਟ ਆਫ ਪੰਜਾਬ ਵਿੱਚ ਸਾਡੀ ਇਨਵੈਸਟੀਗੇਸ਼ਨ ਸਾਈਡ ਹੈ, ਉਸ ਨੂੰ ਬਹੁਤ ਬੜਾ ਇੱਕ ਐਜ ਹਾਸਿਲ ਹੈ ਸੇਫ ਸਿਟੀ ਦਾ। ਜੀ, ਸੇਫ ਸਿਟੀ ਦੇ ਕੈਮਰਾਜ਼ ਦੀ ਵਜ੍ਹਾ ਤੋਂ ਕਮ ਸੇ ਕਮ ਲਾਹੌਰ ਔਰ ਫਿਰ ਬਾਕੀ ਇਜ਼ਲਾ ਜਿੱਥੇ ਗੋ ਅਸੀਂ ਮੁਕੰਮਲ ਤੌਰ 'ਤੇ ਸੇਫ ਸਿਟੀ ਦੀ ਸਹੂਲਤਾਂ ਨਹੀਂ ਦੇ ਸਕੇ, ਲੇਕਿਨ ਜਿਸ ਹੱਦ ਤੱਕ ਵੀ ਅਸੀਂ ਪ੍ਰਾਈਵੇਟ ਕੈਮਰਾਜ਼ ਦੇ ਜ਼ਰੀਏ ਏਰੀਆਜ਼ ਨੂੰ ਕਵਰ ਕਰ ਸਕੇ ਹਾਂ, ਉੱਥੇ ਕ੍ਰਾਈਮ ਡਿਟੈਕਸ਼ਨ ਵਿੱਚ ਬਹੁਤ ਜ਼ਿਆਦਾ ਮਦਦ ਮਿਲ ਰਹੀ ਹੈ। ਸੋ ਇਸ ਲਿਹਾਜ਼ ਨਾਲ ਸਾਨੂੰ ਇੱਕ ਗੱਲ ਦਾ ਇਤਮਾਦ ਹੈ ਔਰ ਇਤਮੀਨਾਨ ਵੀ ਹੈ ਇਸ ਗੱਲ ਦਾ ਕਿ ਪੰਜਾਬ ਵਿੱਚ ਕ੍ਰਾਈਮ ਦੀ ਡਿਟੈਕਸ਼ਨ ਉਸ ਵਿੱਚ ਹੌਸਲਾ ਅਫਜ਼ਾ ਐਫਰਟਸ ਗਵਰਨਮੈਂਟ ਦੀਆਂ ਹਨ ਔਰ ਉਹਦੇ ਰਿਜ਼ਲਟਸ ਵੀ ਹੈ। ਜੀ, ਪ੍ਰੋਸੀਕਿਊਸ਼ਨ ਐਫਰਟ ਵੀ ਹੈ, ਰਿਜ਼ਲਟ ਵੀ ਮੌਜੂਦ ਹੈ। ਲੇਕਿਨ ਇਸ ਦੇ ਬਾਵਜੂਦ ਮੈਂ ਤੁਹਾਨੂੰ ਅਰਜ਼ ਕਰਾਂਗਾ ਕਿ ਅਸੀਂ ਤਕਰੀਬਨ ਆਲਮੋਸਟ ਮਹੀਨੇ 3-4 ਦਫਾ ਕੈਬਨਿਟ ਕਮੇਟੀ ਔਨ ਲਾਅ ਐਂਡ ਆਰਡਰ ਜਿਹੜਾ ਉਸਦਾ ਮੀਟਿੰਗ ਕਰਦੇ ਹਾਂ ਔਰ ਜਿਸ ਮੀਟਿੰਗ ਵਿੱਚ ਸਾਡੀ ਸਾਰੀ ਡਿਵੀਜ਼ਨ ਦੇ RPOs, ਡਿਸਟ੍ਰਿਕਟ ਦੇ DPOs, ਕਮਿਸ਼ਨਰਸ, ਡਿਪਟੀ ਕਮਿਸ਼ਨਰਸ, ਉਹ ਸਾਰੇ ਵੀਡੀਓ ਲਿੰਕ 'ਤੇ ਮੌਜੂਦ ਹੁੰਦੇ ਨੇ। ਇੱਥੋਂ ਚੀਫ ਸੈਕਟਰੀ ਸਾਹਿਬ, IG ਸਾਹਿਬ, ਐਡੀਸ਼ਨਲ ਚੀਫ ਸੈਕਟਰੀ ਹੋਮ, ਮੈਂ ਉਸ ਨੂੰ ਪ੍ਰੀਜ਼ਾਈਡ ਕਰਦਾ, ਇੱਥੋਂ ਮੋਨੀਟਰ ਕਰਦੇ ਹਾਂ ਅਸੀਂ। ਔਰ ਜਿੱਥੇ ਕਿਧਰੇ ਅਸੀਂ ਮਹਿਸੂਸ ਕਰਦੇ ਹਾਂ ਕਮੀ ਹੈ, ਉਸ ਕਮੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਲੇਕਿਨ ਬਾਏ ਐਂਡ ਲਾਰਜ ਮੈਂ ਸਮਝਣਾ ਕਿ ਸੂਰਤਾਲ ਇਸ ਵਾਸਤੇ ਇਤਮਾਨਾਨ ਬਖਸ਼ ਹੈ ਕਿ ਜਿਹੜੇ ਸ਼ੋਬੇ ਮੈਂ ਸਮਝਣਾ ਕਿ ਤਵੀਲ ਅਰਸੇ ਤੋਂ ਨਜ਼ਰਅੰਦਾਜ਼ ਚਲੇ ਆ ਰਹੇ ਸਨ, ਉੱਥੇ ਹੁਣ ਥੋੜ੍ਹੀ ਤਵੱਜੋ ਦਿੱਤੀ ਜਾ ਰਹੀ ਹੈ ਔਰ ਉੱਥੇ ਬਿਹਤਰੀ ਵੀ ਆ ਰਹੀ ਹੈ। ਰਾਜਾ ਸਾਹਿਬ, ਮੈਂ ਤੁਹਾਡਾ ਪਹਿਲਾ ਪ੍ਰੋਗਰਾਮ ਕਰ ਰਿਹਾ, ਤੁਸੀਂ ਬੜੇ ਆਪਣਾ ਸ਼ਾਇਸਤਾ ਔਰ ਨਰਮ ਮਜ਼ਾਜ ਤੁਹਾਡੀ ਤਬੀਅਤ ਮੈਂ ਵੇਖ ਰਿਹਾ, ਆਪੋਜੀਸ਼ਨ ਬੜੀ ਸਟਰੋਂਗ ਹੈ, ਕਿਸ ਤਰ੍ਹਾਂ ਉਹਨਾਂ ਨੂੰ ਟੈਕਲ ਕਰ ਲੈਂਦੇ ਹੋ? ਦੇਖੋ ਸਰ, ਮੈਂ ਸਮਝਣਾ ਕਿ ਬੁਨਿਆਦੀ ਇੱਕ ਅਸੂਲ ਹੈ ਜੀ, ਔਰ ਉਹ ਅਸੂਲ ਹੈ ਕਿ ਸਰ ਅਗਰ ਮੈਂ ਤੁਹਾਡੀ ਇੱਜ਼ਤ ਕਰਾਂਗਾ ਤਾਂ ਇਨ ਰਿਟਰਨ ਤੁਸੀਂ ਮੇਰੀ ਇੱਜ਼ਤ ਕਰਨੀ। ਠੀਕ ਹੈ। ਤਾਂ ਅਗਰ ਮੈਂ ਤੁਹਾਡੇ ਨਾਲ ਇੱਕ ਤਲਖ ਰਵੱਈਆ ਰੱਖਾਂਗਾ ਜਾਂ ਇੱਕ ਮੁਨਾਸਬ ਤਾਲੁਕ ਨਹੀਂ ਰੱਖਾਂਗਾ ਤਾਂ ਤੁਸੀਂ ਮੇਰੇ ਨਾਲ ਮੁਨਾਸਬ ਤਾਲੁਕ ਨਹੀਂ ਰੱਖੋਗੇ ਔਰ ਮੇਰੇ ਤੋਂ ਜ਼ਿਆਦਾ ਤੁਸੀਂ ਮੇਰੇ ਨਾਲ ਤਲਖ ਰਵੱਈਆ ਅਪਣਾਓਗੇ। ਸੋ ਮੇਰਾ ਇੱਕ ਅਸੂਲ ਹੈ ਸਰ, ਔਰ ਉਹ ਮੈਂ ਉਸ 'ਤੇ ਬੜੀ ਸਖਤੀ ਨਾਲ ਕਾਰਬੰਦ ਰਹਿੰਦਾ ਕਿ ਮੈਂ ਦੂਸਰੇ ਦੀ ਇੱਜ਼ਤ ਕਰਨੀ ਔਰ ਫਿਰ ਮੈਂ ਐਕਸਪੈਕਟ ਕਰਦਾ ਕਿ ਮੇਰੀ ਇੱਜ਼ਤ ਕੀਤੀ ਜਾਏ ਔਰ ਇਸ ਵਿੱਚ ਮੈਂ ਕਦੀ ਮੈਂ ਸਮਝਣਾ ਕਿ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੋਈ। ਸਹੀ, ਬਿਲਕੁਲ ਠੀਕ ਹੈ। ਰਾਜਾ ਸਾਹਿਬ, ਆਖਰ ਵਿੱਚ ਖਵਾਤੀਨ ਸਾਡੇ ਮੁਆਸ਼ਰੇ ਦਾ ਇੱਕ ਵੱਡਾ ਹਿੱਸਾ ਨੇ, ਇਹਨਾਂ ਦੀ ਤਾਦਾਦ ਜਿਹੜੀ ਹੈ ਉਹ ਮੇਲ ਤੋਂ ਜ਼ਿਆਦਾ, ਇਹਨਾਂ ਵਾਸਤੇ ਕੋਈ ਕੁਝ ਕਰ ਰਹੇ ਹੋ, ਕੋਈ ਬਿਹਤਰੀ? ਸਰ, ਮੈਂ ਬਾਕੀ ਇਨੀਸ਼ੀਏਟਿਵ ਜਿਹੜੇ ਨੇ ਉਹ ਸਾਡੇ ਖਵਾਤੀਨ ਨਾਲ ਜ਼ਿਆਦਤੀ ਜਿਹੜਾ ਹੈ ਸਾਡੇ ਇੱਥੇ ਸ਼ੋਭਾ ਮੌਜੂਦ ਹੈ, ਵੂਮਨ ਪ੍ਰੋਟੈਕਸ਼ਨ ਅਥਾਰਟੀ ਮੌਜੂਦ ਹੈ। ਇਸੇ ਤਰ੍ਹਾਂ ਮਤਲਬ ਖਵਾਤੀਨ ਨਾਲ ਜ਼ਿਆਦਤੀ ਅਗਰ ਹੋ ਜਾਏ ਤਾਂ ਹੋਰ 2-3 ਸ਼ੋਬੇ ਹੋਣਗੇ ਜਿਹੜੇ ਇਸ 'ਤੇ ਕੰਮ ਕਰ ਰਹੇ। ਲੇਕਿਨ ਇੱਕ ਰੀਸੈਂਟ ਮੈਂ ਇਹ ਜ਼ਰੂਰ ਤੁਹਾਡੇ ਤਵਸਤ ਨਾਲ ਆਪਣੇ ਵਿਊਅਰਸ ਜਿਹੜੇ ਨੇ ਉਹਨਾਂ ਤੱਕ ਇਹ ਗੱਲ ਪਹੁੰਚਾਉਣਾ ਚਾਹਾਂਗਾ ਕਿ ਸਾਡੇ ਇੱਥੇ ਪੰਜਾਬ ਵਿੱਚ ਅਸੀਂ ਇੱਕ ਵੂਮਨ
ਅੰਬਰਡਸਮੈਨ ਪਰਸਨ, ਵੂਮਨ ਅੰਬਰਡਸਮੈਨ ਪਰਸਨ ਅਸੀਂ ਇੱਕ ਕੀਤੀ ਹੈ ਮੁਕਰਰ, ਜਿਹੜੇ ਸਿਰਫ ਖੁਆਤੀਨ ਦੇ ਜਿਹੜੇ ਜਾਇਦਾਦ ਦੇ ਇਸ਼ੂਜ਼ ਹਨ। ਅੱਛਾ, ਜ਼ਬਰਦਸਤ। ਪ੍ਰੋਪਰਟੀ ਦੇ ਸਾਡੇ ਇੱਕ ਪੰਜਾਬ ਵਿੱਚ ਨਹੀਂ ਬਲਕਿ ਪੂਰੇ ਵੈਸੇ ਤਾਂ ਮਜਮੂਈ ਪੂਰੇ ਮਾਸ਼ਰੇ 'ਚ ਇੱਕ ਬਿਮਾਰੀ ਮੌਜੂਦ ਹੈ ਕਿ ਖੁਆਤੀਨ ਨੂੰ ਜਾਇਦਾਦ ਦੇ ਵਿੱਚ ਹਿੱਸਾ ਨਹੀਂ ਦਿੱਤਾ ਜਾਂਦਾ। ਅਗਰ ਕਿਸੇ ਨੂੰ ਹਿੱਸਾ ਨਹੀਂ ਮਿਲ ਰਿਹਾ ਵਿਰਾਸਤ 'ਤੇ, ਉਹ ਖਾਤੂਨ ਸਾਡੀ ਜਿਹੜੀ ਹੈ ਅੰਬਰਡਸਮੈਨ ਪਰਸਨ ਉਸ ਕੋਲ ਜਾ ਸਕਦੇ ਨੇ ਔਰ ਉੱਥੇ ਕੇਸ ਦਾਇਰ ਕਰਕੇ ਆਪਣਾ ਹਿੱਸਾ ਲੈ ਸਕਦੇ। ਕੋਈ ਲਿਮਿਟ ਹੈ ਕਿ 1 ਮਹੀਨੇ 'ਚ ਜਾਂ ਹੋ ਜਾਏਗਾ ਜਾਂ? ਸਰ ਹਾਲਾਂ ਤੱਕ ਉਹ ਲਿਮਿਟ ਉਹਨਾਂ ਦੀ ਨਹੀਂ ਹੈ, ਲੇਕਿਨ ਇਸ ਵੇਲੇ ਤੱਕ ਮੈਂ ਸਮਝਣਾ ਕਿ ਤਕਰੀਬਨ 200 ਤੋਂ ਜ਼ਿਆਦਾ ਕੇਸਿਸ ਉਹਨਾਂ ਨੂੰ ਲੱਗਿਆ ਵੀ ਕੁਝ ਅਰਸਾ ਹੋਇਆ, ਲੇਕਿਨ 200 ਤੋਂ ਜ਼ਿਆਦਾ ਕੇਸਿਸ ਉਹ ਡਿਸਾਈਡ ਕਰ ਚੁੱਕੇ ਨੇ। ਗਵਰਨਮੈਂਟ ਆਫ ਪੰਜਾਬ ਦੀ ਤਰਫੋਂ ਇੱਕ ਅਵੇਅਰਨੈਸ ਕੈਂਪੇਨ ਵੀ ਸ਼ੁਰੂ ਕੀਤੀ ਜਾ ਰਹੀ ਹੈ। 2 ਇਸ਼ੂ ਆਪਣੇ ਇਨੀਸ਼ੀਏਟਿਵਸ ਹੈ। ਇੱਕ ਇਸ 'ਤੇ ਜਿੱਥੇ ਖੁਆਤੀਨ ਦੇ ਵਿਰਾਸਤੀ ਹਕੂਕ ਇੰਸ਼ੋਰ ਕਰਨ ਦਾ ਨੰਬਰ 1, ਔਰ ਨੰਬਰ 2 ਇਹ ਹੈ ਕਿ ਅਸੀਂ ਨਾਦਰਾ ਨਾਲ ਮਿਲ ਕੇ ਤੇ ਜਿਹੜਾ ਸਕਸੈਸ਼ਨ ਸਰਟੀਫਿਕੇਟ ਲੈਣ ਦਾ ਤਰੀਕਾਕਾਰ ਜਿਹੜਾ ਬੜਾ ਡਿਫਿਕਲਟ ਸੀ, ਅਸੀਂ ਉਸ ਨੂੰ ਸਿੰਪਲੀਫਾਈ ਕਰਕੇ ਸਿੰਪਲ ਸ਼ਨਾਖਤੀ ਕਾਰਡ ਨਾਲ ਉਸ ਨੂੰ ਮੁੰਸਲਿਕ ਕਰ ਦਿੱਤਾ ਕਿ ਕਿਸੇ ਸ਼ਖਸ ਦੀ ਫੌਤਗੀ ਦੇ ਨਤੀਜੇ 'ਚ ਅਗਰ ਉਸਦੇ ਕਾਰਿਆਲੇ ਸਕਸੈਸ਼ਨ ਸਰਟੀਫਿਕੇਟ ਬਣਵਾਉਣਾ ਚਾਹਣਗੇ ਤਾਂ ਸਿੰਪਲ ਇਹ ਹੈ ਕਿ ਉਹ ਨਾਦਰਾ ਕੋਲ ਚਲੇ ਜਾਣਗੇ, ਸ਼ਨਾਖਤੀ ਕਾਰਡ ਦੇਣਗੇ ਔਰ ਉਸ ਨੂੰ ਪ੍ਰੋਸੈਸ ਕਰਕੇ ਉਹ ਵੈਰੀਫਿਕੇਸ਼ਨ ਤੋਂ ਬਾਅਦ ਉਹਨਾਂ ਨੂੰ ਸਕਸੈਸ਼ਨ ਸਰਟੀਫਿਕੇਟ ਜਿਹੜਾ ਜਾਰੀ ਕਰ ਦਿੱਤਾ ਜਾਏਗਾ। ਇਹ ਤਕਰੀਬਨ ਕੋਈ 3 ਮਹੀਨੇ ਹੋਏ ਨੇ ਪੰਜਾਬ ਵਿੱਚ ਸ਼ੁਰੂ ਕੀਤੇ ਆ, ਔਰ ਮੈਂ ਤੁਹਾਡੇ ਤਵਸਤ ਨਾਲ ਦੱਸਣਾ ਚਾਹਾਂਗਾ ਕਿ ਪੂਰੇ ਪਾਕਿਸਤਾਨ ਵਿੱਚ ਸ਼ੁਰੂ ਕੀਤਾ ਗਿਆ ਸੀ। ਇਮਰਾਨ ਖਾਨ ਸਾਹਿਬ ਦਾ ਇਨੀਸ਼ੀਏਟਿਵ ਸੀ, ਪੂਰੇ ਪਾਕਿਸਤਾਨ ਵਿੱਚ ਸ਼ੁਰੂ ਕੀਤਾ ਗਿਆ। ਇਸ ਵੇਲੇ ਤੱਕ ਪੂਰੇ ਪਾਕਿਸਤਾਨ ਵਿੱਚ ਤਕਰੀਬਨ 12,500 ਦੇ ਕਰੀਬ ਕੇਸਿਸ ਹੋਏ ਨੇ, ਲੇਕਿਨ ਉਸ ਵਿੱਚ 7,000 ਸਮਥਿੰਗ ਸਿਰਫ ਪੰਜਾਬ ਦੇ ਜਿਹੜੇ ਸਕਸੈਸ਼ਨ ਸਰਟੀਫਿਕੇਟ ਥਰੂ ਨਾਦਰਾ ਜਾਰੀ ਹੋ ਚੁੱਕੇ। ਨੰਬਰ 1। ਨੰਬਰ 2 ਇਹ ਕਿ ਕੋਈ 2200 ਦੇ ਕਰੀਬ ਸਾਡੇ ਅੰਡਰ ਪ੍ਰੋਸੈਸ ਹੈ। ਸੋ 9,000 ਸਰਟੀਫਿਕੇਟ 3 ਮਹੀਨੇ ਜਾਰੀ ਹੋ ਜਾਣਾ ਇਤਨੇ ਅਦਾਲਤਾਂ 'ਚ ਮੁਕੱਦਮਾਤ ਦਾ ਫੈਸਲਾ ਨਹੀਂ ਹੁੰਦਾ। ਤਾਂ ਸੋ ਇੱਕ ਬਹੁਤ ਬੜਾ ਇਨੀਸ਼ੀਏਟਿਵ ਸੀ ਔਰ ਇਸ ਨੂੰ ਅਸੀਂ ਮਜ਼ੀਦ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਉਸ ਵਿੱਚ ਅਸੀਂ ਇਹ ਕਰ ਰਹੇ ਹਾਂ ਕਿ ਅਗਰ ਕੋਈ ਪਾਕਿਸਤਾਨੀ ਕਿਸੇ ਬਾਹਰ ਦੇ ਮੁਲਕ 'ਚ ਵੀ ਬੈਠਾ ਹੈ, ਪੰਜਾਬ ਦੇ ਰਹਿਣ ਵਾਲਾ ਕੋਈ ਇੰਗਲੈਂਡ ਬੈਠਾ ਹੈ ਜਾਂ ਅਮਰੀਕਾ ਬੈਠਾ ਹੈ, ਤਾਂ ਉੱਥੇ ਸਫਾਰਤਖਾਨੇ 'ਚ ਅਸੀਂ ਇੱਕ ਸਹੂਲਤ ਫਰਾਹਮ ਕਰ ਰਹੇ ਹਾਂ ਕਿ ਉੱਥੇ ਬਹਿ ਕੇ ਉਹ ਆਪਣਾ ਸਕਸੈਸ਼ਨ ਸਰਟੀਫਿਕੇਟ ਬਣਵਾ ਸਕਦਾ ਹੈ। ਰਾਜਾ ਸਾਹਿਬ, ਇਸ ਵੇਲੇ ਜਿਹੜੇ ਨਾਜ਼ਰੀਨ ਸਾਡਾ ਪ੍ਰੋਗਰਾਮ ਮੁਲਾਜ਼ਾ ਕਰ ਰਹੇ ਨੇ ਉਹਨਾਂ ਨੂੰ ਕੋਈ ਪੈਗਾਮ ਦੇਣਾ ਪਸੰਦ ਕਰੋਗੇ? देखिए, मैं हुकूमत गवर्नमेंट ऑफ पंजाब की तरफों मैं गुजारिश करना चाहूँगा कि गवर्नमेंट ऑफ पंजाब ने पिछले 3.5 साल बेहतरीन कोशिश की है, एफर्ट की है कि अवाम तक असी रिलीफ जोड़ा वो पहुँचा सकीए। और तुसी देखा होना कि मैं इको अवाम ने इनिशिएटिव जोड़ा है उस दे हवाले नाल पैगाम देना चाहूँगा कि जोड़ा गवर्नमेंट ऑफ पंजाब के तवसत नाल हैल्थ कार्ड इशू किया जा रहा है, वो एक ऐसा इनिशिएटिव है कि मैं समझना इस वेले तरक्की याफ्ता ममालिक भी नहीं है। सर इस वेले भी इस तुहाडे स्टूडियो असी जितने लोग बैठे हैं, अगर सारे अपना शनाख्ती कार्ड नंबर जोड़ा 8500 सेंड करके तो वो चैक करन तो तमाम लोगों को 10 लाख रुपए तक की मुफ्त इलाज की सहूलत मौजूद है। और मैं समझदा सर एक ऐसा इनिशिएटिव है जिसकी कोई मिसाल नहीं मिलती कि अक्रॉस दी बोर्ड, चाहे वो कोई वज़ीर है, मशीर है, MP है, MNA है, सरकारी मुलाजम है, गैर सरकारी मुलाजम है, चाहे अपोजिशन का बंदा होवे और चाहे अरबापति होवे, लेकिन कार्ड उसका बन गया, यूटिलाइज ना करे लेकिन कार्ड बन गया। तो मैं समझना कि जिस गवर्नमेंट के इस किस्म के इनिशिएटिव होण, उस गवर्नमेंट के मतलब दुआ करनी चाहिए कि अल्लाह ताला उन्होंने मजीद तौफीक देवे इस चीज़ और हिम्मत देवे, ताकत देवे और अवाम उन्होंने तावन करन ताकि मजीद इस किस्म के इनिशिएटिव आ सकन। बिल्कुल सही। मोहम्मद बशारत राजा साहब, तुहाडी आमद का बेहद शुक्रिया। नाज़रीन, इहदे नाल ही साडे अज दे प्रोग्राम का वेला मुकदा है। इजाज़त दिओ, अल्लाह वेली।